ਲੰਮੀਆਂ ਸੜਕਾਂ ਤੋਂ ਬਾਅਦ ਹੁਣ ਕਿਸਾਨਾਂ ਨੇ ਚੰਡੀਗੜ੍ਹ ਦੀਆਂ ਸੜਕਾਂ ਵੀ ਮੰਨ ਲਈਆਂ ਨੇ। ਇੱਥੇ ਦਿਖਾ ਦਿਓ ਜਿਹੜਾ ਗੱਦੇ ਸਿੱਟ ਲਏ ਗਏ ਨੇ ਸ਼ਾਮ ਦਾ ਵੇਲਾ, ਤੇ ਇਧਰ ਕੂਲਰਾਂ ਦਾ ਪ੍ਰਬੰਧ ਵੀ ਜਿਹੜਾ ਕੀਤਾ ਹੋਇਆ, ਕੂਲਰ ਵੀ ਲਿਆ ਕੇ ਰੱਖ ਲਏ ਆ। ਦੇਖ ਸਕਦੇ ਹੋ ਤੁਸੀਂ, ਇੱਕ ਵਾਰ ਦਿਖਾ ਦਿਓ, ਮੈਂ ਚਾਹੂੰਗਾ ਗੁਰਮੀਤ ਤਸਵੀਰਾਂ ਸਾਡੇ ਦਰਸ਼ਕਾਂ ਨੂੰ। ਇੱਧਰ ਸਾਰੇ ਬੈਠੇ ਹੋਏ ਆ, ਗੱਦੇ ਸਿੱਟੇ ਹੋਏ ਆ, ਤੇ ਇੱਧਰ ਮੰਜੇ ਵੀ ਲਿਆਂਦੇ। ਤੇ BKU ਸਿੱਧੂਪੁਰ ਦੇ ਪ੍ਰਧਾਨ ਕਾਕਾ ਸਿੰਘ ਕੋਟੜਾ ਵੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਬਾ ਹੰਬੇ ਲੱਗਦੇ ਹੋ। ਅੰਬੇ ਸਰਕਾਰ ਨੇ ਹਵਾਤੇ। ਦੇਖੋ ਅਸੀਂ ਆਏ ਵਾਲ ਕਹਿੰਦੇ ਮੈਂ ਤਾਂ ਹੰਬਿਆ ਨਹੀਂ, ਉਹ ਵੀ BKU ਸਿੱਧੂਪੁਰ ਦੇ ਪ੍ਰਧਾਨ, ਤੁਸੀਂ ਵੀ ਪ੍ਰਧਾਨ, ਤੁਸੀਂ ਮੰਜੇ ਤੇ ਪਏ ਹੋ, ਬੈਰੀਕੇਡ ਕੋਲੇ ਖੜੇ ਆ। ਸਾਡੇ ਪ੍ਰਧਾਨ ਦੀ ਹਿੰਮਤ ਹੀ ਹੈ ਇਹ, ਬਈ ਉਹ ਤਾਂ ਥੱਕਦੇ ਹੀ ਨਹੀਂ ਦੇਖੇ ਕਦੇ। ਉਹ ਤਾਂ ਰਾਤ ਨੂੰ 12-1 ਵਜੇ 2 ਵਜੇ ਤੇ 4 ਵਜੇ ਤੇ ਕੋ ਸਾਨੂੰ ਉਠਾਉਣ ਵਾਲੇ ਨੇ। ਉਮਰ 'ਚ ਭਾਵੇਂ ਸਭ ਤੋਂ ਵੱਡੇ ਆ, ਪਰ ਮਿਹਨਤ 'ਚ ਮੂਹਰੇ ਨੇ। ਮਿਹਨਤ ਉਹਨਾਂ ਦੀ ਤਕੜੀ ਆ, ਤਾਂ ਅਸੀਂ ਛੇਤੀ ਤੱਕ ਮੰਨ ਜਾਂਦੇ ਆ। ਤਾਂ ਇਸ ਗੱਲ ਤੇ ਤਾਂ ਉਹਨਾਂ ਦੇ ਨਾਲ ਨਹੀਂ ਰਲਿਆ ਜਾ ਸਕਦਾ ਜਿੰਨੀ ਉਹਨਾਂ ਦੀ ਮਿਹਨਤ ਹੈ। ਆ ਮਿਹਨਤ ਦਾ ਹੀ ਸਾਰਾ ਸਦਕਾ ਤਾਂ ਅੱਜ ਜਿਹੜਾ ਉਹ ਸੜਕਾਂ ਤੇ ਬਲਦੇਵ ਸਿੰਘ ਸਿਰਸਾ ਵੀ ਆ ਗਏ। ਬਲਦੇਵ ਸਿੰਘ ਸਿਰਸਾ ਵੀ ਆ ਗਏ, ਤੇ ਆ ਜਾਓ ਜੀ, ਇੱਧਰ ਆ ਜਾਓ, ਨਾਲ ਹੀ ਆ ਜਾਓ। ਤੇ ਗੱਲਬਾਤ ਜਾਰੀ ਹੈ। ਤੇ ਕਾਕਾ ਸਿੰਘ ਕੋਟੜਾ ਵੀ ਸਾਡੇ ਨਾਲ ਨੇ, BKU ਸਿੱਧੂਪੁਰ ਦੇ ਪ੍ਰਧਾਨ ਨੇ, ਤੇ ਇੱਧਰ ਹੋਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੀ ਆ ਗਏ। ਮੈਂ ਇਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਤੁਸੀਂ ਮੰਜੇ ਤੇ ਲੇਟੇ ਪਏ ਹੋ, ਤੇ ਮੈਂ ਕਿਹਾ ਤੁਹਾਡੇ ਦੂਸਰੇ ਪ੍ਰਧਾਨ ਬੈਰੀਕੇਟਾਂ ਕੋਲੇ ਖੜੇ ਆ, ਮੈਂ ਤੁਸੀਂ ਹੰਬੇ ਲੱਗਦੇ ਹੋ ਐ ਲੰਮੇ ਪੈ ਗਏ। ਇਹ ਮੁੰਡਾ ਖੁੰਡਾ ਹੈ ਨਾ, ਇਸ ਕਰਕੇ ਹੰਬ ਗਿਆ। ਤੇ ਅਸੀਂ ਜੋ ਹੈਗੇ ਮੁੰਡੇ, ਸਾਡਾ ਕਿਹੜਾ ਹੱਡ ਵਧਣਾ। ਅੱਛਾ ਜੀ। ਅਸੀਂ ਜੋ ਖੜਨ ਨੂੰ ਹੈਗੇ ਆ, ਤੇਰੇ ਸਾਹਮਣੇ ਤੁਰੇ ਫਿਰਦਾ। ਲਾਂਭਾ ਦੇਤਾ ਇਹਨਾਂ ਨੇ। ਵਾਕਿਆ ਇਹ ਤਾਂ ਡੱਲੇਵਾਲ ਸਾਹਿਬ ਨੂੰ ਵੀ ਅੱਗੇ ਆ। ਤੁਸੀਂ ਦੇਖਿਆ ਇਹਨਾਂ ਦਾ ਸਿੰਘੂ ਬਾਰਡਰ ਤੇ, ਤਾਂ ਜਦੋਂ ਕੋਈ ਘਟਨਾ ਵਾਪਰਨੀ ਹੁੰਦੀ, ਜਦੋਂ ਕੋਈ ਗੱਲਬਾਤ ਹੁੰਦੀ, ਮਾਰੋ ਬਲਦੇਵ ਸਿੰਘ ਸਰਸੇ ਨੂੰ ਫੋਨ। ਤਾਂ ਇਹਨਾਂ ਦੀ ਬਹੁਤ ਮਿਹਨਤ ਆ। ਇਹ ਮੈਂ ਤਾਂ ਲੱਗਦਾ ਇਹ ਉਦੋਂ ਵੀ 10% ਮੂਹਰੇ ਨੇ, ਇਹਨਾਂ ਨਾਲ ਵੀ ਨਹੀਂ ਰਲਿਆ ਜਾ ਸਕਦਾ। ਤਾਂ ਜਿਹੜੀ ਇਹਨਾਂ ਦਾ ਜਜ਼ਬਾ ਹੈ, ਜਿਹੜੀ ਇਹਨਾਂ ਦੀ ਸ਼ਕਤੀ ਹੈ ਲੜਨ ਵਾਲੀ, ਅਸਲ ਦੇ ਵਿੱਚ ਲੜਨ ਵਾਲੀ ਸ਼ਕਤੀ ਹੈ ਨਾ ਜਿਹੜੀ, ਉਹ ਪੈਣ ਨਹੀਂ ਦਿੰਦੀ। ਤਾਂ ਇਹਨਾਂ ਦੀ ਉਮਰ ਦੇ ਨਾਲ ਨਹੀਂ ਮੁਕਾਬਲਾ ਕੀਤਾ ਜਾ ਸਕਦਾ। ਜਿਹੜੀ ਉਹ ਜੋਸ਼ ਹੈ, ਤੇ ਤਾਂ ਲਗਾਤਾਰ ਮੈਨੂੰ ਲੱਗਦਾ ਵੀ ਕੋਈ ਆਗੂ ਇਹੋ ਜਿਹੇ ਨੇ ਜਿਹੜੇ ਦਿੱਲੀੋਂ ਆ ਕੇ 5 ਮਹੀਨੇ 6 ਮਹੀਨੇ ਬਾਹਰ ਨਹੀਂ ਨਿਕਲੇ ਹੋਣੇ, ਤੇ ਉਦੋਂ ਦੀ ਹੈ ਜੋ ਉੱਥੇ ਆਪਣੇ ਸਿੱਖਿਆ ਵਿਭਾਗ ਦੇ ਮੂਹਰੇ ਜੱਚੇ ਹੋਏ ਨੇ। ਤਾਂ ਲਗਾਤਾਰ ਹੀ ਜਿਹੜੇ ਮੋਰਚੇ ਦੇ ਵਿੱਚ ਡਟੇ ਮੁੰਜੇ ਡਾਲੇ ਆ, ਗੱਦੇ ਵਿਛਾਲੇ। ਦਿੱਲੀ ਦੀ ਯਾਦ ਆ ਰਹੀ ਆ, ਲੱਗਦਾ ਉੱਥੇ ਹੀ ਬੈਠੇ ਆ। ਮੈਨੂੰ ਲੱਗਦਾ ਵੀ 2-4 ਦਿਨਾਂ 'ਚ ਜੇ ਸਰਕਾਰ ਨੇ ਇੱਧਰੋਂ ਨਾ ਧਿਆਨ ਕੀਤਾ, ਪੋਜੀਸ਼ਨ ਉਦੋਂ ਵੀ ਵਧੀਆ ਬਣ ਜਾਣੀ ਹੈ। ਕਿਉਂਕਿ ਉੱਥੇ ਜ਼ਿਆਦਾ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਕਰਨਾ, ਸੰਗਤ ਨੇ ਜਾਣਾ, ਤਾਂ ਇੱਥੇ ਕੋਈ ਦਿੱਕਤ ਨਹੀਂ ਆਉਣੀ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸਿੰਘੂ ਬਾਰਡਰ ਜਿਹੜਾ ਟਿਕਰੀ ਬਾਰਡਰ ਉਹ ਯਾਦ ਆਊਗਾ, ਉਦੋਂ ਵਧੀਆ ਇੱਥੇ ਜਿਹੜਾ ਮਾਹੌਲ ਦੇਖਣ ਨੂੰ ਮਿਲੂਗਾ। ਮੈਂ ਕਿਹਾ ਮੰਜੇ ਡਾਲੇ, ਕੂਲਰ ਮੰਗਾ ਲਏ, ਗੱਦੇ ਵੀ ਸਿੱਟ ਲਏ, ਇਹ ਮਾਹੌਲ ਯਾਦ ਆ ਰਿਹਾ ਹੁਣ। ਦੇਖੋ ਮੈਨੂੰ ਹੁਣ ਕੀ ਦੱਸਦੇ ਸੀ, ਮੈਂ ਤਾਂ 3.5 ਮਹੀਨੇ ਪੂਰੇ 100 ਦਿਨ ਹੋ ਗਿਆ ਅੱਜ। ਤੇ ਉਹ ਐਜੂਕੇਸ਼ਨ ਬੋਰਡ ਦੇ ਦਫ਼ਤਰ ਅੱਗੇ ਬੈਠਾ ਨਾ, ਉੱਥੇ ਤਾਂ ਸਾਡੇ ਅਸੀਂ ਤਾਂ ਪੁੰਜੇ ਹੀ ਬੈਠੇ, ਉੱਥੇ ਦਰੀਆਂ ਵਿਛਾਈਆਂ ਨੇ। ਉਹ ਮੈਂ ਤੈਨੂੰ ਫਿਰ ਕਹਾਂਗਾ ਕਿ ਸਾਡੇ ਜਿਹੜੇ ਕੁਛ ਇਸ ਤਰ੍ਹਾਂ ਹੁੰਦਾ ਕਿ ਕੰਮ ਕਰਨ ਦਾ ਆਪੋ ਆਪਣਾ ਢੰਗ ਤਰੀਕਾ ਹੁੰਦਾ, ਸਰੀਰਕ ਤੌਰ 'ਤੇ ਹੁੰਦਾ, ਇੱਕ ਸੁਭਾਅ ਬਣਿਆ ਹੁੰਦਾ। ਤੇ ਬਾਕੀ ਵੇਖੋ ਇਹ ਗੱਲ ਜਿਹੜੀ ਹੈ ਨਾ, ਚਲੋ ਮਜ਼ਾਕ ਨੇ ਤਾਂ ਆਪਾਂ ਜੋ ਮਰਜ਼ੀ ਕਹਿ ਦਈਏ, ਪਿੱਛੇ ਰਸਤੇ ਇਹਨਾਂ ਦੇ ਸਿਰ ਤੇ ਹੀ ਹੈ ਨਾ, ਜਿਹੜੇ ਰਾਤ ਦਿਨ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਬੰਦਿਆਂ ਨੂੰ ਲਿਆ ਰਹੇ ਆ। ਅਸੀਂ ਤਾਂ ਸਿਰਫ ਇੱਕ ਬੋਲਣ ਹੀ ਵਾਲੇ ਆ ਨਾ, ਤੇ ਬਾਕੀ ਕੰਮ ਇਹਨਾਂ ਦੇ ਸਿਰ ਤੇ ਹੀ ਆ। ਕਾਕਾ ਸਿੰਘ ਜੀ ਜਿਹੜੇ ਨੇ ਸਾਡੇ ਨੇ ਬਹੁਤ ਅਣਥੱਕ ਵਰਕਰ ਨੇ। ਅਸੀਂ ਇੱਕ ਨੌਜਵਾਨ ਅੱਜ ਅੱਗੇ ਜਾਣਾ ਚਾਹੁੰਦੇ ਸੀ, ਨੌਜਵਾਨ ਕਹਿੰਦੇ ਚੰਡੀਗੜ੍ਹ 'ਚ ਐਂਟਰ ਕਰਨਾ ਹੈਗਾ, ਮੋਹਾਲੀ 'ਚ ਕਹਿੰਦੇ ਇੱਕ ਬੈਰੀਕੇਡ ਭੰਨਤਾ, ਦੂਜਾ ਕਹਿੰਦੇ ਤੋੜਨ ਦੇ ਦਿੰਦੇ, ਕਹਿੰਦੇ ਦਿੱਲੀ ਦੀਆਂ ਤਾਂ ਸੜਕਾਂ ਦਾ ਨਹੀਂ ਸੀ ਪਤਾ, ਇਹ ਤਾਂ ਹੁਣ ਸਾਨੂੰ ਸੜਕਾਂ ਦਾ ਪਤਾ ਸੀ, ਇੱਥੇ ਕਿਉਂ ਨਹੀਂ ਜਾਣ ਦਿੱਤਾ। ਨਹੀਂ ਵੇਖੋ, ਨੌਜਵਾਨ ਜਿਹੜੇ ਨੇ ਅਸੀਂ ਉਹਨਾਂ ਦੇ ਜੋਸ਼ ਦੀ ਕਦਰ ਕਰਦੇ ਹਾਂ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ। ਪਰ ਅਸੀਂ ਜੋ ਇੱਕ ਮਿਸਾਲ ਕਾਇਮ ਕਰਨਾ ਚਾਹੁੰਦੇ ਸਾਂ ਕਿ ਅਸੀਂ ਸ਼ਾਂਤਮਈ ਸੰਘਰਸ਼ ਜਿਹੜਾ ਉਹ ਪਹਿਲਾਂ ਲੜਿਆ। ਔਰ ਤੁਸੀਂ ਇਹ ਵੇਖੋ ਕਿ ਜਿਹੜਾ ਆਪਾਂ ਐਜੂਕੇਸ਼ਨ ਬੋਰਡ ਦੇ ਦਫ਼ਤਰ ਅੱਗੇ ਲੜਿਆ, ਜੇ ਉਹ ਸ਼ਾਂਤਮਈ ਰਿਹਾ ਤੇ ਅੱਜ ਦੋਸ਼ੀਆਂ ਦੇ ਖਿਲਾਫ ਉਹਨਾਂ ਨੇ ਪੁਲਿਸ ਪਰਚਾ ਕਰਤਾ ਨਾ। ਬਾਕੀ ਰਹਿੰਦੀਆਂ ਮੰਗਾਂ ਜਿਹੜੀਆਂ ਨੇ ਉਹ ਵੀ ਮਨਵਾ ਕੇ ਉੱਠਾਂਗੇ। ਪਰ ਜੇ ਅਸੀਂ ਹੁਣ ਉੱਥੇ ਜਿਸ ਤਰ੍ਹਾਂ ਸਾਨੂੰ ਪਹਿਲਾਂ ਉੱਥੇ ਵੀ ਨੌਜਵਾਨ ਕਹਿੰਦੇ ਹੈਗੇ ਸੀ 2-4, ਉਹ ਕਹਿੰਦੇ ਗੇਟ ਬੰਦ ਕਰੋ, ਗੇਟ ਬੰਦ ਕਰੋ, ਬਸ ਗੇਟ ਬੰਦ ਕਰ ਦਿਓ। ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ, ਪਰ ਇਹ ਆ ਵੀ ਇਕੱਲੇ ਇਸ ਤਰ੍ਹਾਂ ਬੈਰੀਕੇਡ ਤੋੜਨਾ ਜਾਂ ਗੇਟ ਦੇਣਾ, ਇਹ ਸਾਡਾ ਇੱਕ ਉਹਨਾਂ ਦੇ ਕੋਲ ਇਹ ਮੈਸੇਜ ਗਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ। ਸਰਕਾਰ ਇੱਥੇ ਪਹਿਰਾ ਦੇਣਾ ਚਾਹੁੰਦੀ ਆ ਕਿ ਨਹੀਂ, ਇਹ ਹੁਣ ਸਰਕਾਰ ਦੇ ਕੰਨੀ ਗੇਂਦ ਸਿੱਟੀ ਆ ਵੀ ਸਰਕਾਰ ਜੇ ਤਾਂ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਚੰਡੀਗੜ੍ਹ, ਅਸੀਂ ਯਾਰ ਕੋਈ ਵਿਦੇਸ਼ੀ ਮੁਲਦੇ ਆ, ਸਾਡਾ ਇਹ ਚੰਡੀਗੜ੍ਹ ਸਾਡਾ ਨਹੀਂ। ਇਹ ਕੌਣ ਯਾਰ ਚੰਡੀਗੜ੍ਹ ਦੇ, ਇਹ ਕੀ ਲੱਗਦੇ ਆ? ਇਹ ਸਿਰਫ ਇਹ ਇੱਥੋਂ ਦਾ ਅਧਿਕਾਰ ਖੇਤਰ ਇਹਨਾਂ ਕੋ ਆ ਗਿਆ। ਇਹ ਤਾਂ ਲੁੱਟ ਕਰ ਰਹੇ ਨੇ, ਇਹ ਚੰਡੀਗੜ੍ਹ ਦੇ ਕੁਛ ਨਹੀਂ ਲੱਗਦੀ, ਇਹ ਤਾਂ ਲੁਟੇਰੇ ਨੇ, ਚਾਹੇ ਉਹ ਕੋਈ ਵੀ ਆ। ਜਿਵੇਂ ਇੱਕ ਦਾ ਨਾਂ ਲਵਾਂ ਤਾਂ ਬੜੀ ਲੰਬੀ ਲਿਸਟ ਹੈ। ਸੋ ਇਹ ਲੁਟੇਰੇ ਨੇ, ਚੰਡੀਗੜ੍ਹ ਸਾਡਾ ਹੈ। ਸਾਡੇ ਇੱਥੋਂ ਪਿੰਡਾਂ ਨੂੰ, ਸਾਡੇ ਕਿਸਾਨ ਭਰਾਵਾਂ ਨੂੰ ਆਜ਼ਾਦ ਕੇ ਇੱਥੋਂ
ਚੰਡੀਗੜ੍ਹ ਜਿਹੜਾ ਸੀ ਉਹ ਬਣਾਇਆ ਗਿਆ ਤੇ ਸਾਨੂੰ ਚੰਡੀਗੜ੍ਹ ਤੋਂ ਰੋਕਦੇ ਆ। ਇਹ ਕਿੱਧਰ ਦੀ ਦਨਸ਼ਬੰਦੀ ਆ। ਸੋ ਇਸ ਕਰਕੇ ਜਿਹੜਾ ਲੋਕਾਂ ਦੇ ਮਨਾਂ 'ਚ ਜੋਸ਼ ਸੀ ਕਿ ਅਸੀਂ ਚੰਡੀਗੜ੍ਹ ਜਾਣਾ, ਪਰ ਅਸੀਂ ਜਿਹੜਾ ਟਕਰਾਓ ਦੀ ਨੀਤੀ 'ਚ ਨਹੀਂ ਸੀ, ਜਿਸ ਕਰਕੇ ਨੌਜਵਾਨਾਂ ਨੂੰ ਮਤਲਬ ਕਿ ਜਿਹੜਾ ਸੀ ਅਸੀਂ ਬੇਨਤੀ ਕੀਤੀ ਔਰ ਨੌਜਵਾਨਾਂ ਨੇ ਸਾਡੀ ਅਪੀਲ ਨੂੰ ਮੰਨਿਆ ਤੇ ਉਹਨਾਂ ਨੇ ਬੈਰੀਕੇਡ ਜਿਹੜਾ ਇਹ ਨਹੀਂ ਤੋੜਿਆ ਤੇ ਇੱਥੇ ਅਸੀਂ ਬੈਠ ਗਏ। ਤੁਹਾਨੂੰ ਕਹਿੰਦੇ ਕਾਕਾ ਕੋਟੜਾ ਗੱਭਰੂ ਹੈ ਤਾਂ ਕਰਕੇ ਕਹਿੰਦੇ ਥੱਕ ਗਿਆ ਹੋਣਾ, ਹੰਬ ਗਿਆ ਹੋਣਾਗਾ। ਜੋਸ਼ ਕਿੰਨਾ 'ਚ ਹੈ? ਕਹਿੰਦੇ ਗੱਭਰੂਆਂ 'ਚ ਜੋਸ਼ ਹੈ, ਨੌਜਵਾਨਾਂ 'ਚ ਜੋਸ਼ ਹੈ, ਕਾਕੇ ਕੋਟੜੇ 'ਚ ਕਿੰਨਾ ਕੁ ਜੋਸ਼ ਹੈ? ਨਹੀਂ ਵੇਖੋ, ਜਿਹੜੀ ਗੱਲ ਚੰਡੀਗੜ੍ਹ ਜਾਣ ਦੀ ਸੀ ਨਾ ਜਾਣ ਦੀ ਸੀ, ਸਰਕਾਰ ਅੰਦਰੋਂ 100% ਚਾਹੁੰਦੀ ਸੀ ਬਈ ਕਿਸਾਨ ਚੰਡੀਗੜ੍ਹ ਦੇ ਵਿੱਚ ਆਉਣ ਤੇ ਮੈਂ ਬਰੀ ਹੋ ਜਾ, ਕਿਉਂਕਿ ਜਿਹੜੇ ਮਸਲਿਆਂ ਤੋਂ ਅਸੀਂ ਲਿਜਾਣੀਆਂ ਮੰਗਾਂ ਬਣਾ ਕੇ ਸਰਕਾਰ ਚਾਹੁੰਦੀ ਆ ਗੜਬੜ ਕਰਕੇ। ਮੈਂ ਫਿਰ ਉੱਥੇ ਜਿਹੜੇ ਹਾਲਾਤ ਵਿਗਾੜ ਕੇ ਕੇਂਦਰ 70% ਇਹ ਚਾਹੁੰਦੀ ਨੇ ਵੀ ਪੰਜਾਬ ਤੋਂ ਜਿਹੜਾ ਇਹਨਾਂ ਦਾ ਹੱਕ ਹੈ ਉਹ ਖੋਇਆ ਜਾਵੇ। ਤਾਂ ਅਸੀਂ ਪਿਛਲੀਆਂ ਮੂਵਮੈਂਟਾਂ ਇੱਥੇ ਕੀਤੀਆਂ ਨੇ, ਬਹੁਤੀਆਂ ਮੂਵਮੈਂਟਾਂ। ਹੁਣ ਇੱਕ ਮੁਹਾਲੀ ਦਾ ਕੇਂਦਰ ਬਣ ਗਿਆ। ਕਿਉਂ ਬਣ ਗਿਆ? ਸਾਡੇ ਕੁਝ ਬੱਸਾਂ ਤੇ ਇੱਥੇ ਜਦੋਂ ਹੋਇਆ ਲਾਠੀ ਚਾਰਜ ਹੋਇਆ, ਇਹਨਾਂ ਨੇ ਮਨਾ ਕਰਤਾ ਵੀ ਚੰਡੀਗੜ੍ਹ ਦੇ ਵਿੱਚ ਕਿਸਾਨ ਆ ਨਹੀਂ ਜਾਂਦੇ। ਆਟੋਮੈਟਿਕ ਅਸੀਂ ਪਿੱਛੇ ਨੂੰ ਹਟਦੇ ਗਏ। ਅੱਜ ਸਰਕਾਰ ਭਾਵੇਂ ਸਾਡੀ ਸਾਰੇ ਮੰਤਰੀ ਉੱਥੇ ਬੈਠੇ ਆ, ਤਾਂ ਇਹਨਾਂ ਦੀ ਸੋਚੀ ਸਮਝੀ ਸਕੀਮ ਸੀ ਜਿਹੜੀ ਸਾਨੂੰ ਵਿੱਚੋਂ ਇਹ ਖਬਰ ਆ ਰਹੀ ਹੈ ਵੀ ਇਹਨੇ ਫਲਾਨੀਆਂ ਇੰਨੀਆਂ ਟੀਮਾਂ ਹੋਰ ਮੰਗਾ ਲਈ, ਕੇਂਦਰ ਤੋਂ ਫੌਜ ਮੰਗਾ ਲਈ। ਤਾਂ ਇਹਦਾ ਲਿਜਾਣ ਦਾ ਮਤਲਬ ਅੱਜ ਹੁਣ ਇੱਥੋਂ ਆ ਰਿਹਾ ਵੀ ਮੁੱਖ ਮੰਤਰੀ ਦੀ ਘਰ ਦੀ ਸੁਰੱਖਿਆ ਵਧਾਤੀ ਹੈ। ਤਾਂ ਕਿਸਾਨ ਆਏ ਤਾਂ ਮੰਗ ਮਨਾਉਣਾ ਹੈ, ਸੁਰੱਖਿਆ ਵਧਾਉਣ ਦਾ ਮਤਲਬ ਕੀ ਵੀ ਹੈ? ਮੁੱਖ ਮੰਤਰੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਸੀ ਜਿਹੜੀ ਉੱਥੇ ਮੋਦੀ ਨੂੰ ਬੋਲਿਆ ਜਦੋਂ ਕਿਸਾਨ ਸਿੰਘੂ ਬਾਰਡਰ ਤੇ ਬੈਠੇ ਸੀ, ਟਿਕਰੀ ਬਾਰਡਰ ਤੇ ਬੈਠੇ ਸੀ, ਵੀ ਇਹ ਕਿਸਾਨ ਸਾਰੇ ਦੇਸ਼ ਦਾ ਉਹਦੇ ਬਾਰਡਰ ਤੇ ਬੈਠਾ, ਕੀ ਉਹਨਾਂ ਕੋਲੇ ਸਮਾਂ ਨਹੀਂ ਨਿਕਲ ਸਕਦਾ? ਤਾਂ ਅੱਜ ਉਹੀ ਸਵਾਲ ਭਗਵੰਤ ਮਾਨ ਤੇ ਬਣਦਾ ਸੀ। ਤਾਂ ਕਿਸਾਨ ਜਦੋਂ ਪੰਜਾਬ ਤੋਂ ਘਰਾਂ ਤੋਂ ਤੁਰ ਪਏ ਤਾਂ ਆਉਂਦੇ ਨੂੰ ਅੰਬ ਸਾਹਿਬ ਗੁਰਦੁਆਰੇ ਪਹਿਲੇ ਭਗਵੰਤ ਮਾਨ ਨੂੰ ਆਉਣਾ ਚਾਹੀਦਾ ਸੀ ਵੀ ਦੱਸੋ ਤੁਹਾਡੇ ਤਾਂ ਦੁੱਖਾਂ ਦਾ ਮਾਰਾ ਮੈਂ ਆਇਆ। ਉਹ ਕਹਿੰਦੇ ਪਹਿਲਾਂ ਹੀ ਦਿੱਲੀ ਦਾ ਪ੍ਰੋਗਰਾਮ ਬਣਿਆ ਹੋਇਆ ਸੀ। ਨਹੀਂ ਉਹਨਾਂ ਤਾਂ ਬਣਿਆ ਹੋਇਆ ਸੀ, ਚਲੋ ਇਹ ਤਾਂ ਇਹਨੇ ਦੇਖਣਾ ਸੀ ਨਾ, ਜਿਹੜੀ ਆਪ ਦੀ ਕਹੀ ਕਹਾਈ ਉਹ ਤੇ ਪਹਿਰਾ ਦੇਣਾ ਸੀ। ਆ ਕੇ ਬੇਨਤੀ ਕਰਦਾ ਜਦੋਂ ਕਹਿੰਦਾ ਮੈਂ ਤਾਂ ਛੋਟੀ ਕਿਸਾਨੀ ਚੋਂ ਹੈ, ਮੈਂ ਸਾਰਾ ਕੁਝ ਜਾਣਦਾ। ਹੁਣ ਇੱਥੋਂ ਤੱਕ ਜਾਣਦਾ ਵੀ ਜਦੋਂ ਕਿਸਾਨ ਪਾਣੀ ਲਾਉਂਦਾ ਹੈ, ਖੱਡ ਕਿੱਧਰੋਂ ਬੰਦ ਕਰਨੀ ਹੈ, ਅੰਦਰੋਂ ਕਰਨੀ ਹੈ ਕਿ ਬਾਹਰੋਂ ਕਰਨੀ ਹੈ, ਕਿਸਾਨ ਕਰਜ਼ਾ ਕਿਵੇਂ ਚੜ੍ਹਦਾ, ਕਿਸਾਨ ਫਸਲ ਕਿਵੇਂ ਬੀਜਦਾ, ਖੂਹ 'ਚੋਂ ਮੋਟਰ ਕਿਵੇਂ ਕੱਢਣੀ ਹੈ, ਪਾਉਣੀ ਕਿਵੇਂ ਹੈ। ਜੇ ਆ ਸਾਰੀਆਂ ਹਾਲਾਤਾਂ ਕੁਛ ਸਮਝਦਾ ਤੇ ਉਹੀ ਕੁਛ ਆ ਕਰਨ ਵਾਲੇ ਅਸੀਂ ਆ। ਤਾਂ ਜਿਹੜੀਆਂ ਉਹ ਹਾਲਾਤਾਂ ਨੂੰ ਹੱਲ ਕਿਹਨੇ ਕਰਨਾ ਸੀ? ਹੁਣ ਇਹ ਕਹਿੰਦਾ ਵੀ ਤੁਹਾਨੂੰ ਬਾਹਰੋਂ ਪੈਰ ਮਾਰਨ ਦੀ ਲੋੜ ਨਹੀਂ, ਖੱਡ ਤੇ ਮੈਂ ਅੰਦਰੋਂ ਮਾਰੂੰਗਾ। ਤਾਂ ਅੱਜ ਜੇ ਅੰਦਰੋਂ ਉੱਥੇ ਬਹਾਇਆ ਲੋਕਾਂ ਨੇ ਤਾਕਤ ਦਿੱਤੀ ਆ, ਤਾਂ ਅੱਜ ਉੱਥੇ ਪੈਰ ਮਾਰ, ਖੱਡ ਬੰਦ ਕਰ। ਜਿਹੜੇ ਕਿਸਾਨ ਜਿਹੜੇ ਦੁੱਖ ਲੈ ਕੇ ਆਏ ਨੇ, ਅਸੀਂ ਮੰਗ ਕੀ ਰਹੇ ਹਾਂ ਸਰਕਾਰ ਤੋਂ? ਅਸੀਂ 1200 ਰੁਪਇਆ ਦੇ ਰਹੇ ਹਾਂ ਉਹਨਾਂ ਨੂੰ ਵੀ ਤੁਸੀਂ ਲੋਡ ਘਟਾਓ, ਮੋਟਰਾਂ ਸਾਡੀਆਂ ਚੱਲ ਰਹੀਆਂ, ਨਹੀਂ ਤਾਂ ਬਿਜਲੀ ਬੋਰਡ ਦਾ ਫਾਇਦਾ ਹੋਵੇ, ਟਰਾਂਸਫਾਰਮਰ ਨਾ ਸੜਨ। ਤਾਂ ਅਸੀਂ ਤਾਂ 1200 ਦੇ ਰਹੇ ਹਾਂ। ਦੂਜਾ ਜਿਹੜੀਆਂ ਰਵਾਇਤੀ ਫਸਲਾਂ ਬੀਜਣੀਆਂ ਨੇ, ਮੰਨ ਲਓ ਮੂੰਗਫਲੀ ਹੈ, ਮੱਕੀ ਹੈ, ਬਾਸਪਤੀ ਚੌਲਾਂ ਦਾ ਰੇਟ ਕਰਨ ਵਾਲੀ ਹੈ, ਇਹ ਆਪ ਵੀ ਕਹਿ ਰਿਹਾ। ਤਾਂ ਫਿਰ ਇਹ 'ਚ ਕੀ ਦਿੱਕਤ ਹੈ ਕਿ ਐਲਾਨ ਕਰਨ ਦੀ? ਤਾਂ ਕੁਛ ਨਹੀਂ। ਇਹਦਾ ਮਤਲਬ ਜਿਹੜਾ ਸਰਕਾਰ ਦਾ ਇਹਨਾਂ ਨੇ ਜਿਹੜਾ ਤੜਕੇ ਦਾ ਜ਼ੋਰ ਲਾਇਆ, ਅਸਲ ਦੇ ਵਿੱਚ ਪ੍ਰਸ਼ਾਸਨ ਤੋਂ ਇਹਨਾਂ ਦੀ ਝਲਕ ਆ ਗਈ ਹੈ। ਜਿਹੜਾ ਮੁਹਾਲੀ ਦਾ ਮੁੱਖ ਮੰਤਰੀ ਕਹਿ ਰਿਹਾ ਹੈ, ਡੀ ਸਾਹਿਬ ਕਹਿ ਰਿਹਾ ਹੈ, DSP ਕਹਿ ਰਿਹਾ ਹੈ ਬਈ ਮੀਟਿੰਗ ਤੁਹਾਡੀ ਤੈਅ ਹੋ ਗਈ ਜੀ, ਤੁਸੀਂ ਧਰਨਾ ਸਮਾਪਤ ਕਰੋ, 4 ਬੰਦੇ ਆਓ, ਤੁਹਾਡੀ ਬਹਿ ਕੇ ਮੀਟਿੰਗ ਕਰਵਾ ਦਿੰਦੇ ਆ। ਤਾਂ ਜਿਹੜਾ ਸਮਾਂ ਰਾਤ ਕੱਲ੍ਹ ਦਿੰਦੇ ਸੀ ਵੀ ਸ਼ਾਮ ਨੂੰ ਮੀਟਿੰਗ ਕਰਵਾ ਦਿਆ, ਚਲੋ ਸਾਡੇ ਆਗੂਆਂ ਨੇ ਕਿਹਾ ਵੀ ਰਾਤ ਨੂੰ ਤਾਂ ਹੁਣ ਜਿਹੜੇ ਸਾਡੇ ਸੁਨੇਹੇ ਲੱਗੇ ਲੋਕ ਆਉਣਗੇ, ਤੜਕੇ ਨਾਲ ਟਾਈਮ ਜਿਹੜਾ ਸੀ ਵੀ 10 ਤੋਂ 11 ਵਜੇ ਦੇ ਕਰਾਵਾਂਗੇ। ਤਾਂ ਚਲੋ ਜਿੰਨੀ ਕੁ ਮੈਂ ਉਹ ਕਹਿੰਦਾ ਵੀ ਆਪਦੀ ਉਹਨਾਂ ਨੇ ਚਲਾਕੀ ਕੀਤੀ, ਫਿਰ ਉਹ ਤੋਂ ਨਿਕਲਣ ਦੀ ਵੀ ਚਲਾਕੀ ਕੀਤੀ। ਪ੍ਰਸ਼ਾਸਨ ਦੀ ਉਹ ਝਲਕ ਸਾਹਮਣੇ ਆ ਗਈ। ਅਸੀਂ 10 ਵਜੇ ਇਕੱਠੇ ਹੋਏ, ਸਾਰੇ ਆਗੂ ਆ ਗਏ, ਅਸੀਂ ਸਮਾਪਤ ਕੀਤੀ 10:30 ਵਜੇ ਮੀਟਿੰਗ, ਵੀ ਅੱਧੇ ਘੰਟੇ ਦਾ ਰਸਤਾ ਹੈ। ਤਾਂ ਸਾਨੂੰ ਪ੍ਰਸ਼ਾਸਨ ਕਹਿੰਦਾ ਵੀ ਆਓ ਜੀ, ਗੱਡੀ ਤਿਆਰ ਆ, ਅਸੀਂ ਚਲੋ। ਤਾਂ ਜਦੋਂ ਗੱਡੀ ਦੇ ਵਿੱਚ ਬੈਠਣ ਹੀ ਹਜੇ ਲੱਗੇ ਆ, ਤਾਂ ਉਹੀ ਪ੍ਰਸ਼ਾਸਨ ਕਹਿੰਦਾ ਵੀ ਨਹੀਂ, ਤਬਦੀਲ ਹੋ ਗਿਆ ਜੀ, ਜਿਹੜਾ ਪੰਜਾਬ ਭਵਨ ਦੇ ਵਿੱਚ ਮੀਟਿੰਗ ਸੀ ਕੋਈ ਜਗ੍ਹਾ ਬਦਲਣ ਲਈ ਲੱਗਿਆ, ਥੋੜ੍ਹਾ ਜਿਹਾ ਮੈਸੇਜ ਦੁਬਾਰਾ ਆਊਗਾ। ਤਾਂ ਉਹਨਾਂ ਨੇ ਇਹ ਦਿਮਾਗ ਕੰਮ ਕਰ ਗਿਆ ਵੀ ਇਹਨਾਂ ਆਗੂਆਂ ਨੂੰ ਲੈ ਕੇ ਜਾਵਾਂਗੇ, ਬੱਸ 'ਚ ਬੈਠਣਗੇ, ਤੇ ਜਦੋਂ ਜਾਣਗੇ ਕਿੱਥੇ, ਕਿਉਂਕਿ ਮੁੱਖ ਮੰਤਰੀ ਨੇ ਇਹਦਾ ਮਤਲਬ ਉਹਨਾਂ ਟਾਈਮ ਦਾ ਤੈਅ ਕੀਤਾ ਨਹੀਂ ਸੀਗਾ। ਤਾਂ ਜੇ ਉੱਥੇ ਲਿਜਾ ਕੇ ਆਗੂਆਂ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਰੌਲਾ ਪੈ ਜਾਣਾ ਸੀ। ਫਿਰ ਇਹਨਾਂ ਨੇ ਚਾਲ ਖੇਡੀ, ਫਿਰ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਦੁਬਾਰਾ ਤੁਹਾਨੂੰ ਕਿਸੇ ਮਿਨਿਸਟਰ ਨਾਲ ਗੱਲ ਕਰਵਾ ਦਿੰਦੇ ਆ, ਕਿਸੇ ਹੋਰ ਮੰਤਰੀ ਨਾਲ ਗੱਲ ਕਰਵਾ ਦਿੰਦੇ ਆ, ਮੁੱਖ ਮੰਤਰੀ ਕੋਲ ਟਾਈਮ ਨਹੀਂ ਜੀ। ਅਸਲ ਦੇ ਵਿੱਚ ਉਹ ਜੋ ਕਿ ਦਿੰਦੇ ਸੀ, ਇੱਕ ਮੈਸੇਜ ਇਹ ਦੇਣਾ ਚਾਹੁੰਦੇ ਸੀ ਵੀ ਇੱਥੇ ਕੋਈ ਇਕੱਠ ਨਹੀਂ ਹੋਣਾ, ਲੋਕ ਵਾਪਸ ਚੱਲਣਗੇ। ਤਾਂ ਵੀ ਮੰਗਾਂ ਮੰਨ ਲਈਆਂ। ਉਹ ਜਿਹੜੀਆਂ ਉਹ ਚਾਲਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਵੀ ਫੇਲ ਹੋਇਆ, ਸਰਕਾਰ ਵੀ ਫੇਲ ਹੋਈ ਹੈ। ਆ ਲੋਕਾਂ ਦਾ ਜਿਹੜਾ ਮੋਰਚਾ ਲਵਾਉਣ ਵਾਲਾ ਮੁੱਖ ਮੰਤਰੀ ਆਪ ਹੈ। ਅਸੀਂ ਮੋਰਚੇ 'ਚ ਜੱਚ ਗਏ ਹਾਂ। ਮੰਗਾਂ ਜਿਵੇਂ ਮੋਦੀ ਕਹਿੰਦਾ ਸੀ ਵੀ ਇਹ ਤਿੰਨੇ ਕਾਨੂੰਨ ਰੱਦ ਹੀ ਨਹੀਂ ਹੋ ਰਹੇ, BJP ਵਾਲੇ ਜਿਹੜਾ ਉਹਦਾ AD ਸੈੱਲ ਉਦੋਂ ਜ਼ੋਰ ਲਾਉਂਦਾ ਸੀਗਾ ਵੀ ਆਹ ਕਿਸਾਨ ਵਿਹਲੇ ਆਏ ਕਰਕੇ ਇਹੀ AD ਸੈੱਲ ਅੱਜ ਇਹਨਾਂ ਦਾ ਕਹਿ ਰਿਹਾ
75% ਜਿਹੜੇ ਲੋਕ ਸਾਨੂੰ ਅੱਜ ਗਾਲਾਂ ਕੱਢ ਰਹੇ ਨੇ ਵੀ ਆਗੂ ਵਿਹਲੇ ਆ ਜੀ, ਇਹ ਤੁਹਾਨੂੰ ਸਮਾਂ ਦੇਣਾ ਚਾਹੀਦਾ ਹੈ। ਕਈ ਕਹਿੰਦੇ ਫੰਡ ਮੁੱਕ ਗਿਆ, ਕਹਿੰਦੇ ਫੰਡ ਇਕੱਠਾ ਕਰਨ ਆਏ ਆ, ਕੀ ਕਹੋਗੇ ਉਹਨਾਂ ਨੂੰ? ਕਮੈਂਟ ਆ ਰਹੇ ਆ ਇਹੋ ਜਿਹੇ। ਮੈਂ ਕਹਿੰਦਾ ਬਹੁਤ ਕੁਝ ਕਹਿਣਗੇ, ਕਿਉਂਕਿ ਅੱਜ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਬਈ ਸੋਨੂੰ 80% ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਆ। ਤੁਸੀਂ ਜੇ ਮੁੱਖ ਮੰਤਰੀ ਉਹ ਰਵਾਇਤੀ ਪਾਰਟੀਆਂ ਵਾਲੀ ਗੱਲ ਕਰਦੇ ਹੋ ਵੀ ਅਕਾਲੀ ਐਂ ਕਹਿੰਦੇ ਸੀ, ਕਾਂਗਰਸ ਐਂ ਕਹਿੰਦੀ ਸੀ, ਬੀਜੇਪੀ ਵਾਲੇ ਕਹਿੰਦੇ ਸੀ, ਤਾਂ ਜੇ ਤੁਸੀਂ ਅੱਜ ਆਪਦਾ ਕਿਹੜਾ ਤੁਹਾਡਾ ਵਰਕਰ ਹੈ ਜਿਹਨੇ ਲੋਕਾਂ ਨੇ ਤਾਕਤ ਦਿੱਤੀ, ਤੁਸੀਂ ਐਮਐਲਏ ਕੋਲੇ ਗੱਲ ਨਹੀਂ ਰੱਖ ਸਕਦੇ, ਜਾਂ ਤੁਸੀਂ ਮੰਤਰੀ ਕੋਲੇ ਗੱਲ ਨਹੀਂ ਰੱਖ ਸਕਦੇ, ਜਾਂ ਤੁਸੀਂ ਮੁੱਖ ਮੰਤਰੀ ਨੂੰ ਕਹਿ ਨਹੀਂ ਸਕਦੇ। ਤੁਸੀਂ ਸਾਨੂੰ 75% ਗਾਲਾਂ ਕੱਢ ਦਿਓ, ਜੇ 25% ਮੁੱਖ ਮੰਤਰੀ ਨੂੰ ਕੋਈ ਵੀ ਮੰਗਾ ਮੰਨ ਲਓ। ਤੁਸੀਂ 25% ਉਧਰ ਤਾਕਤ ਲਾਓ, ਜਿਹੜੀ ਤਾਕਤ ਤੁਸੀਂ ਇੱਧਰ ਨੂੰ ਲਾ ਰਹੇ ਹੋ ਇਹਦਾ ਨੁਕਸਾਨ ਫਿਰ ਉਹ ਰਵਾਇਤੀ ਪਾਰਟੀਆਂ ਵਾਲਾ ਹੋਣਾ। ਜੇ ਲੋਕਾਂ ਨੇ ਤੁਹਾਨੂੰ 80% ਤਾਕਤ ਦਿੱਤੀ ਹੈ ਤਾਂ 80% ਲੋਕ ਤੁਹਾਨੂੰ ਬਗਾਵਤ ਵੀ ਕਰਨਗੇ। ਉਹ ਬਗਾਵਤ ਦਾ ਸਾਹਮਣਾ ਕਰਨ ਲਈ ਤੁਹਾਨੂੰ ਤਿਆਰ ਹੋਣਾ। ਪਿੰਡਾਂ ਦੇ ਵਿੱਚ ਸਵਾਲ ਉੱਠਣੇ ਆ, ਪਰ ਇਹ ਸਮਾਂ ਬਚਾ ਲਓ, ਇਹ ਤੇ ਸੋਚੋ, 100 ਵਾਰੀ ਸੋਚੋ, ਤਾਂ ਜੇ ਮੋਰਚਾ ਜਚਾਓਗੇ, ਜਿੰਨਾ ਡਿਲੇ ਕਰੋਗੇ, ਜਿੰਨਾ ਲੰਮਾ ਲੈ ਕੇ ਜਾਓਗੇ, ਨੁਕਸਾਨ ਤੁਹਾਡਾ ਹੋਣਾ। ਸਰਥਾ ਸਾਹਿਬ, ਲੱਡੂਆਂ ਦਾ ਡੱਬੇ ਵਾਲੀ ਜਿਹੜੀ ਉਹ ਤਸਵੀਰ ਸੀ ਨਾ, ਉਹ ਬੜੀ ਉਹ ਵਾਇਰਲ ਹੋਈ ਉਸ ਤੋਂ ਬਾਅਦ, ਹਨਾ? ਸੰਧਵਾ ਸਾਹਿਬ ਦੇ ਨਾਲ ਬੈਠੇ ਹੋ, ਸਪੀਕਰ ਸਾਹਿਬ ਦੇ ਨਾਲ, ਅੱਜ ਨਹੀਂ ਫੋਨ ਆਇਆ? ਦੇਖੋ ਗੱਲ ਇਹ ਹੈ, ਜਦੋਂ ਕੋਈ ਆਉਂਦਾ ਬੰਦਾ ਉਹ ਲੈ ਕੇ ਆਉਂਦਾ ਹੈ, ਤੇ ਉਹ ਜਿਹੜੀ ਗੱਲ ਉਹਨਾਂ ਨੇ ਕੀਤੀ, ਵੇਖੋ ਜਿਹੜੀ ਗੱਲ ਹੋਈ ਹੈ, ਸੰਧਵਾ ਸਾਹਿਬ ਨੇ ਉਸ ਕੇਸ ਦੇ ਵਿੱਚ ਪੂਰੀ ਤਨਦੇਹੀ ਨਾਲ ਕੰਮ ਕੀਤਾ। ਉਹ ਪਤਾ ਆਪਾਂ ਨੂੰ। ਅੱਜ ਦੀ ਜੇ ਗੱਲ ਕਰ ਲਈਏ, ਕੱਲ ਰਾਤ ਜਾਂ ਅੱਜ ਨਹੀਂ ਫੋਨ ਆਇਆਗਾ? ਨਹੀਂ, ਜੇ ਅੱਜ ਆਊਗਾ ਤੇ ਮੈਂ ਦੱਸ ਦੂੰਗਾ ਤੁਹਾਨੂੰ, ਫਿਰ ਆਊਗਾ। ਜੇ ਉਹ ਆਪ ਆਊਗਾ, ਸੰਧਵਾ ਸਾਹਿਬ ਦਾ ਉਹਦੀ ਜ਼ਿੰਮੇਵਾਰੀ ਬਣਦੀ ਆ। ਸੰਧਵਾ ਸਾਹਿਬ ਦੀ ਜੇ ਉਹ ਮੈਟਰ ਦੇ ਉੱਤੇ ਐਜੂਕੇਸ਼ਨ ਬੋਰਡ ਦੇ ਅੱਗੇ ਜਿਹੜਾ ਧਰਨਾ ਚੱਲ ਰਿਹਾ ਸੀ, ਇਤਿਹਾਸ ਦੇ ਮੈਟਰ ਦੇ ਉੱਤੇ, ਉਹਦੀ ਜ਼ਿੰਮੇਵਾਰੀ ਉਹਨੇ ਕਾਫੀ ਆਪਣੀ ਨਿਭਾਈ ਆ। ਵੇਖੋ ਇਹ ਗੱਲ ਜਿਹੜੀ ਆ, ਮੈਂ ਉਹਦੀ ਕੋਈ ਮੁਤਾਜ਼ਗੀ ਨਹੀਂ ਕਰਦਾ। ਉਸ ਬੰਦੇ ਨੇ ਰਿਜ਼ਲਟ ਤੋਂ ਪਹਿਲਾਂ ਵੀ ਉਹ ਆ ਕੇ ਗਿਆ, ਉਸ ਤੋਂ ਬਾਅਦ ਵੀ ਆਇਆ, ਤੇ ਉਹਨੇ ਘਰੇ ਸੱਦ ਕੇ ਵੀ ਮੀਟਿੰਗਾਂ ਜਿਹੜੀਆਂ ਕਰਾਈਆਂ, ਮੀਤ ਹੇਰ ਦੇ ਨਾਲ, ਹਰਪਾਲ ਸਿੰਘ ਚੀਮੇ ਦੇ ਨਾਲ, ਮਿਨਿਸਟਰ ਦੇ ਨਾਲ ਵੀ ਉਹਨੇ ਮੀਟਿੰਗਾਂ ਕਰਾਈਆਂ, ਔਰ ਉਹਨੇ ਕਿਹਾ ਕਿ ਇਹ ਜਿਹੜਾ ਇਤਿਹਾਸਕ ਦੇ ਉੱਤੇ ਸਾਡਾ ਹਮਲਾ ਹੋਇਆ, ਇਹ ਤੇ ਕੇਸ ਬਹੁਤ ਅਹਿਮ ਹੈ, ਇਹ ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਤੇ ਜਦੋਂ ਇੱਥੇ ਗੱਲ ਕਰੂਗਾ, ਇਹ ਤੇ ਅਜੇ ਤੱਕ ਤਾਂ ਕੋਈ ਗੱਲ ਹੈ ਹੀ ਨਹੀਂ, ਤੇ ਜੇ ਕਰਨਗੇ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਯਾਰ। ਜੇ ਪਹਿਲਾਂ ਕੀਤਾ ਤਾਂ ਉਹਨੇ ਕੋਈ ਸਾਨ ਨਹੀਂ ਕੀਤਾ, ਉਹਨੂੰ ਲੋਕਾਂ ਨੇ ਚੁਣਿਆ, ਔਰ ਉਹ ਵਿਧਾਨ ਸਭਾ ਦਾ ਸਪੀਕਰ ਹੈ, ਤੇ ਸਾਰੇ ਉਹਦੇ ਕੰਟਰੋਲ ਨੇ, ਉਹਦੀ ਜ਼ਿੰਮੇਵਾਰੀ ਬਣਦੀ ਆ। ਤੇ ਇੱਥੇ ਵੀ ਉਹਦੀ ਜ਼ਿੰਮੇਵਾਰੀ ਮੈਂ ਕਹੂੰਗਾ ਕਿ ਬਣਦੀ ਆ, ਉਹ ਕਰੇ। ਨਹੀਂ ਲਾਇਆ ਫੋਨ? ਨਹੀਂ, ਮੈਨੂੰ ਇਸ ਤਰ੍ਹਾਂ ਫੋਨ ਲਾਉਣ ਦੀ ਕੀ ਲੋੜ ਹੈ? ਮੈਂ ਨਾ ਪਹਿਲਾਂ ਲਾਇਆ ਸੀ, ਨਾ ਮੈਂ ਹੁਣ ਲਾਵਾਂ। ਮੈਂ ਕਿਸੇ ਨਾਲ ਫੋਨ ਦੇ ਉੱਤੇ ਗੱਲ ਨਹੀਂ ਹੁੰਦੀ, ਨਾ ਮੈਂ ਕਿਸੇ ਨੂੰ ਕਰਾਂ। ਹਾਂ, ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ। ਅਸੀਂ ਤਾਂ ਮੈਨੂੰ ਡੱਲੇਵਾਲ ਸਾਹਿਬ ਨੇ ਪੁੱਛਿਆ, ਜਦੋਂ ਮੈਂ ਉੱਥੋਂ ਦਿੱਲੀੋਂ ਆਪਾਂ ਆ ਗਏ ਨਾ, ਤੇ ਦਿੱਲੀ ਕਿਤਾਬਾਂ ਦੇ ਉੱਤੇ ਮੇਰੀ ਗੱਲ ਚੱਲਦੀ ਰਹਿਣੀ, ਡੱਲੇਵਾਲ ਸਾਹਿਬ ਇਤਿਹਾਸ ਦੇ ਉੱਤੇ ਜਿਹੜਾ ਬਹੁਤ ਵੱਡਾ ਹਮਲਾ ਯਾਰ, ਇੱਥੇ ਕੁਝ ਕਰੀਏ। ਤੇ ਜਦੋਂ ਅਸੀਂ ਦਿੱਲੀੋਂ ਆਉਂਦਾ ਵੀ ਦਿੱਲੀੋਂ ਆਪਾਂ ਚੱਲੀਏ, ਫਿਰ ਉੱਥੇ ਜਾ ਕੇ ਕਰਾਂਗੇ। ਜਦੋਂ ਦਿੱਲੀੋਂ ਆ ਗਏ ਤੇ ਮੈਂ 30 ਜਨਵਰੀ ਨੂੰ ਇਹਦੇ ਘਰੇ ਗਿਆ, ਡੱਲੇਵਾਲ ਸਾਹਿਬ ਕੋਲੇ, ਤੇ ਅਸੀਂ ਉੱਥੇ ਬੈਠ ਕੇ ਦੋਵਾਂ ਨੇ ਗੱਲਬਾਤ ਸਾਰੀ ਕੀਤੀ। ਕਿਤਾਬਾਂ ਲੈ ਗਿਆ ਮੈਂ, ਸਾਰੇ ਆਪਣੇ ਡਾਕੂਮੈਂਟ ਲੈ ਗਿਆ, ਤੇ ਦੱਸਿਆ ਸਾਰਾ ਕੁਝ। ਇਹ ਮੈਨੂੰ ਪੁੱਛਦੇ ਆ ਵੀ ਦੱਸ ਇਹਦਾ ਹੱਲ ਕੀ ਆ? ਮੈਂ ਕਿਹਾ ਇਹਦਾ ਹੱਲ ਦਰੀ, ਇਹਦਾ ਲਾ ਦੇ ਮੋਰਚਾ, ਫਿਰ ਡੱਟ ਜਾ, ਤਗੜਾ ਹੋ ਗਏ, ਮੈਂ ਨਾਲ ਆ। ਉਹ ਤੋਂ ਬਾਅਦ ਸਿਕੰਦਰ ਖੁਸ਼ੇਗਾ, ਉਹਨਾਂ ਨਾਲ ਗੱਲ ਹੋਈ, ਹੋਰਾਂ ਨਾਲ ਗੱਲ ਕੀਤੀ, ਉਹ ਵੀ ਕਹਿੰਦੇ ਰਾਜਾ। ਸੋ ਸਾਡੇ ਕੋਲੇ ਦਰਿਆ ਨੇ, ਟੈਲੀਫੋਨ ਨਹੀਂ ਹੈਗੇ ਕਰਨ ਨੂੰ। ਹਾਂ, ਅਸੀਂ ਟੈਲੀਫੋਨ ਨਹੀਂ ਕਿਸੇ ਨੂੰ ਕਰਦੇ। ਟੈਲੀਫੋਨ ਤਾਂ ਅਸੀਂ ਤਾਂ ਕਰੀਏ ਜੇ ਕਿਸੇ ਦੀ ਮੁਤਾਜ਼ਗੀ ਕਰਨੀ ਹੋਵੇ। ਅਸੀਂ ਤਾਂ ਕਿਸੇ ਦੀ ਮੁਤਾਜ਼ਗੀ ਕਰਨੀ ਨਹੀਂ, ਅਸੀਂ ਦਰਿਆ ਕਿਵੇਂ ਵਿਛਾਵਾਂਗੇ? ਸਾਡੇ ਕੋਲ ਦਰਿਆ, ਟੈਲੀਫੋਨ ਨਹੀਂ। ਤਾਂ ਕਹਿ ਰਹੇ ਨੇ ਕਿ ਦਰੀਆਂ ਸਾਡੇ ਕੋਲੇ, ਤੇ 24 ਘੰਟਿਆਂ ਦਾ ਸਮਾਂ ਦਿੱਤਾ ਸਰਕਾਰ ਨੂੰ ਕਿ 24 ਘੰਟਿਆਂ 'ਚ ਗੱਲ ਕਰੇ, ਨਹੀਂ ਤਾਂ ਅੱਗੇ ਵਧਾਂਗੇ। ਅਗਲੀ ਰੂਪਰੇਖਾ ਕੀ ਹੋਊਗੀ? ਹੁਣ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਅਗਲੀ ਰੂਪਰੇਖਾ ਕੀ ਹੈ? ਰੂਪਰੇਖਾ ਸੁਬਾਹ ਬਣਾਵਾਂਗੇ। ਕੁਝ ਸਾਡੇ ਜਿਹੜੇ ਕਿਸਾਨ ਆ, ਜਿਵੇਂ ਹੁਣ ਵੀ ਟਰਾਲੀਆਂ ਆਏ ਨੇ, ਜੇ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਆ ਰਹੇ ਨੇ, ਫਾਜ਼ਿਲਕਾ ਦੇ ਕੁਝ ਟਰਾਲੀਆਂ ਆ ਰਹੀਆਂ, ਸੁਬਾਹ ਨੂੰ ਰਾਤ ਨੂੰ ਸਾਰੇ ਆ ਜਾਣਗੇ। ਤੜਕੇ ਨੂੰ ਜਿਹੜਾ ਹੁਣ ਸਾਡਾ ਇੱਧਰੋਂ ਬਾਬਿਆਂ ਦਾ ਵੀ ਫੋਨ ਆਏ ਨੇ ਵੀ ਲੰਗਰ ਦਾ, ਪਾਣੀ ਦਾ ਪ੍ਰਬੰਧ ਹੈ ਜਿਹੜਾ ਕਿੱਥੋਂ ਹੋ ਰਿਹਾ, ਵੀ ਮੈਂ ਪੁੱਛਣਾ ਲੱਗੇ ਸੀਗਾ, ਕਿੱਥੋਂ ਹੋ ਰਿਹਾ ਪ੍ਰਬੰਧ ਜਿਹੜਾ ਲੰਗਰ ਦਾ? ਮਹੱਲੀ ਵਾਲਿਆਂ ਦਾ ਆ ਗਿਆ, ਪਿੰਡਾਂ ਦਾ, ਆਪਣੇ ਰਾਜਪੁਰੇ ਦੇ ਬਲਾਕ ਦਾ ਆ ਗਿਆ ਸਾਰੇ ਦਾ, ਤੇ ਆਪਣੇ ਲੁਧਿਆਣੇ ਵਾਲੀ ਸਾਈਡ ਦਾ ਆ ਗਿਆ ਵੀ ਅਸੀਂ ਲੈ ਕੇ ਆਵਾਂਗੇ। ਉਹਨਾਂ ਨੇ ਆਪਾਂ ਨੂੰ ਇੰਨੇ ਵੀ ਕਹਿਤਾ ਵੀ ਤੁਸੀਂ ਤੜਕੇ ਲੰਗਰ ਬਣਾਉਣਾ ਨਹੀਂਗਾ। ਤਾਂ ਤੜਕੇ ਨੂੰ ਇਹ ਮੋਰਚਾ, ਮੈਂ ਇਸੇ ਕਰਕੇ ਕਹਿੰਦਾ ਸੀ ਵੀ ਸਿੰਘੂ ਬਾਰਡਰ, ਟਿਕਰੀ ਬਾਰਡਰ ਦੀਆਂ ਤਸਵੀਰਾਂ ਇੱਥੋਂ ਉਹ ਦਿਸਣਗੀਆਂ, ਪਰ ਫਿਰ ਵੀ ਹਜੇ ਸਮਾਂ ਸਰਕਾਰ ਨੂੰ, ਇਹ 24 ਘੰਟਿਆਂ ਦਾ ਨਹੀਂ ਕਿ ਮੈਨੂੰ ਤਾਂ ਲੱਗਦਾ ਵੀ ਉਹਨੂੰ ਵਿਹਲਾ ਹੋ ਕੇ ਮੀਟਿੰਗ ਫੌਰੀ ਬੁਲਾ ਕੇ ਇਹ ਜਿਹੜੀਆਂ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ। ਜਿਹੜੀਆਂ ਕੁਝ ਮੰਗਾਂ ਅਸੀਂ ਵੀ ਸਮਝਦੇ ਹਾਂ, ਜਿਹੜੀਆਂ ਲੰਮੀਆਂ ਮੰਗਾਂ ਨੇ, ਮੰਨ ਲਓ ਕਰਜ਼ੇ ਵਾਲਾ ਮਸਲਾ, ਪਿਛਲੇ ਸਰਕਾਰਾਂ ਨਹੀਂ ਹੱਲ ਕਰ ਸਕੀਆਂ, ਵਾਅਦੇ ਕਰਕੇ ਸਰਕਾਰ ਤਾਂ ਬਣਾ ਗਏ ਪਰ ਹੱਲ ਨਹੀਂ ਕਰ ਸਕੇ। ਉਦੋਂ ਤਾਂ ਦੁੱਗਣਾ ਜਿੰਨਾ ਕਿ ਉਹਨਾਂ ਨੇ 1.5 ਲੱਖ ਲੋਕਾਂ ਦਾ, ਕਿਸਾਨਾਂ ਸਾਡਾ ਕਰਜ਼ਾ ਮਾਫ ਕੀਤਾ, ਉਦੋਂ ਦੁੱਗਣਾ ਤਾਂ ਲੋਕਾਂ ਦਾ ਵਿਆਜ ਹੋ ਗਿਆ, ਕਿਉਂਕਿ ਭਰੇ ਨਹੀਂ ਵੀ ਸਾਰੇ ਮਾਫ ਹੋਣਗੇ। ਤਾਂ ਇਹਨਾਂ ਨੂੰ ਇਹੋ ਜਿਹੀ ਜਿਹੜੀਆਂ ਲੰਮੀਆਂ ਮੰਗਾਂ ਪਈਆਂ ਨੇ, ਜਿੱਤੇ ਸਮਾਂ ਮੰਗਦੇ ਆ, ਉਹ ਤੇ ਸਮੇਂ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ। ਪਰ ਜਿਹੜੀਆਂ ਫੌਰੀ ਹੈਗੀਆਂ, ਫੌਰੀ ਤੇ ਨਿਬੇੜਾ ਕਰਨਾ ਚਾਹੀਦਾ। ਪਰ ਅਜੇ ਨਹੀਂ ਸੋਚਣਗੇ
ਤਾਂ ਇੱਕੋ ਗੱਲ ਹੀ ਕਹੀ ਜਾਣਗੇ ਵੀ ਨਵੀਆਂ ਅਸੀਂ ਲੋਕਾਂ ਦੀ ਸਰਕਾਰ ਹੈ, ਇਸ ਨਹੀਂ ਛੁਟਕਾਰਾ ਹੋਣਾ, ਇਹ ਖਹਿੜਾ ਨਹੀਂ ਛੁੱਟਣਾ, ਤਾਂ ਮੰਗਾਂ ਦਾ ਨਿਪਟਾਰਾ ਕਰਨਾ ਪੈਣਾ। ਠੀਕ ਹੈ, ਲੋਕਾਂ ਨੂੰ ਇਹ ਕਹਿ ਦੇਣਾ ਵੀ ਅਸੀਂ ਤਾਂ ਤੁਹਾਡੇ ਹੀ ਆ, ਇਹ ਤਾਂ ਹੁਣ ਤੁਸੀਂ ਸਾਡੇ ਤੇ ਆਪਦਾ ਦੇਖੋ ਸਮਾਂ ਦਿਓ, ਸਾਡੇ ਤੇ ਵਿਸ਼ਵਾਸ ਕਰੋ। ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਤਾਈਓ ਤਾਂ ਐਡੀ ਵੱਡੀ ਗਿਣਤੀ 'ਚ ਤੁਹਾਨੂੰ MLA ਬਣਾਇਆ, ਤਾਂ ਅੱਜ ਤੁਸੀਂ ਉਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਨਿਭਾਓ। ਤਾਂ ਅਸਲ ਦੇ ਵਿੱਚ ਇੱਕ ਗੱਲ ਅਸੀਂ ਬੜੀ ਕਹਿੰਦੇ ਹੁੰਦੇ ਸੀ ਵੀ ਲੋਕਾਂ ਨੂੰ ਵੀ ਲੱਗਦਾ ਹੁੰਦਾ ਵੀ ਯਾਰ ਸਰਕਾਰ ਬਦਲ ਗਈ, ਪਤਾ ਨਹੀਂ ਹੁਣ ਕੋ ਬਹੁਤ ਕੁਝ ਹੋਣ ਵਾਲਾ ਹੈ। ਅਸੀਂ ਤਾਂ 3 ਮੁੱਖ ਮੰਤਰੀਆਂ ਨਾਲ ਮੈਂ ਮੀਟਿੰਗ ਕਰਕੇ ਦੇਖ ਲਈ ਹੈ। ਬਾਦਲ ਦੀ ਮੀਟਿੰਗ ਦੇ ਵਿੱਚ ਅਸੀਂ ਆ ਗਏ, ਕੈਪਟਨ ਦੀ ਮੀਟਿੰਗ 'ਚ ਅਸੀਂ ਆ ਗਏ, ਚੰਨੀ ਦੀ ਮੀਟਿੰਗ 'ਚ ਅਸੀਂ ਆ ਗਏ, ਇਹਦੇ ਭਗਵੰਤ ਮਾਨ ਨਾਲ ਇਹਦੇ ਆ ਗਏ। ਇੱਕੋ ਹੀ ਕਹਿੰਦੇ ਨੇ ਜਦੋਂ ਲੋਡ ਵਾਲੀ ਗੱਲ ਕਰਦੇ ਆ ਰੈਗੂਲੇਟਰੀ ਕਮਿਸ਼ਨ ਨੂੰ ਪੁੱਛਾਂਗੇ, ਚਾਰੇ ਮੁੱਖ ਮੰਤਰੀ ਇਹ ਕਹਿੰਦੇ ਸੀ ਫਿਰ ਬਦਲਣ ਦਾ ਕੀ ਫਾਇਦਾ, ਵੀ ਜੇ ਤੁਸੀਂ ਕਹੋ ਅਸੀਂ ਕਰਾਂਗੇ, ਵੀ ਉਹਨਾਂ ਨੇ ਨਹੀਂ ਕੀਤਾ। ਜਦੋਂ ਜਿਹੜੀ ਗੱਲ ਅਸੀਂ ਇਹਨਾਂ ਮੰਤਰੀ ਕੋਲੇ ਕਹਿੰਦੇ ਸੀ, ਬਿਜਲੀ ਮੰਤਰੀ ਕੋਲੇ ਵੀ ਕਹਿੰਦੇ ਸੀ ਅਸੀਂ ਜੀ ਰੈਗੂਲੇਟਰੀ ਕਮਿਸ਼ਨ ਤੋਂ ਪੁੱਛਾਂਗੇ, ਇਹ ਕੇਂਦਰ ਦੇ ਅਧੀਨ ਹੈ, ਫਿਰ ਇਸੇ ਕਰਕੇ ਤਾਂ ਤੁਹਾਨੂੰ ਬਣਾਇਆ, ਉਹਨਾਂ ਦੇ ਖਿਲਾਫ ਲੜੋ। ਸਾਥੋਂ ਪੁੱਛਦੇ ਤੁਸੀਂ, ਸਾਨੂੰ ਤਾਂ ਇਹ ਕਹੋ ਵੀ ਆਹ ਮੰਗ ਸਾਡੀ ਆ, ਸਾਡੇ ਧਿਆਨ 'ਚ ਅਸੀਂ ਕਰਾਂਗੇ। ਤਾਂ ਸਿਰਸਾ ਸਾਹਿਬ ਟੈਲੀਫੋਨ ਖੜਕ ਕੇ ਫਿਰ ਉਹ ਟੈਲੀਫੋਨ ਦਾ ਭਰਾਵਾ ਕਿਹਦਾ ਆ ਗਿਆ? ਆਈ ਜਾਂਦੇ ਨੇ, ਕਿਹਦਾ ਆਈ ਜਾਂਦਾ? ਕਮਾਲ ਹੋ ਗਈ ਯਾਰ, ਹੁਣ ਘਰਦਿਆਂ ਦੇ ਟੈਲੀਫੋਨ ਆ ਜਾਂਦੇ। ਅੱਛਾ, ਘਰੋਂ ਆਈ ਜਾਂਦੇ, ਕੀ ਕਹਿੰਦੇ ਕਰਦੇ? ਉਹ ਘਰਦਿਆਂ ਨੇ ਤੇ ਪੁੱਛਿਆ ਵੀ ਠੀਕ ਠਾਕ ਹੈ ਤੇ ਕਿ ਕਰੀਏ ਤਿਆਰੀ, ਘਰਦੇ ਤਾਂ ਮੇਰੀ ਤਿਆਰੀ 'ਚ ਨੇ। ਘਰਦਿਆਂ ਨੂੰ ਮੇਰੇ ਤੋਂ ਕੀ ਸੋ ਗਈ ਯਾਰ। ਆ ਕੀ ਕਹੀ ਜਾਂਦੇ ਆ? ਮੈਂ ਵੀ ਘਰ ਦੇ ਕਾਹਦੀ ਤਿਆਰੀ ਕਰੀ ਜਾਂਦੇ, ਵੀ ਬੜਾ ਪੰਗਾ ਪਾਉਣਾ ਵੀ ਤੈਨੂੰ ਚੱਕ ਕੇ ਲੈ ਗਏ ਕਿਤੇ, ਇਸ ਤਿਆਰੀ ਤਾਂ ਨਹੀਂ ਕਰੀ ਜਾਂਦੇ ਹੈਨਾ। ਬੋਲਣ ਦੀ ਤਿਆਰੀ ਕਰਨੀ ਹੈ ਤਾਂ ਕੀ ਕਰਨਾ, ਆਹ ਤਿਆਰੀ ਪੁੱਛਦੇ ਆ। ਹਾਂ ਦੇਖੋ ਬਹੁਤ ਮਿਹਨਤੀ ਨੇ, ਪਰਿਵਾਰ ਇਹਨਾਂ ਦਾ ਨਾਲ ਹੀ ਹੈ, ਬੇਟਾ ਵੀ ਨਾਲ ਹੈ। ਤਾਂ ਪਰਿਵਾਰ ਜੇ ਪਰਿਵਾਰ ਸਮਾਂ ਦਿੰਦਾ ਹੈ, ਇਸੇ ਕਰਕੇ ਸਮਾਂ ਕਰਕੇ ਐਵੇਂ ਲੜਾਈ ਲੜਨੀ ਨਹੀਂ ਪੈਂਦੀ। ਹਮੇਸ਼ਾ ਅਸੀਂ ਤਾਂ ਕਹਿੰਦੇ ਹੁੰਦੇ ਹਾਂ ਕਿਸਾਨਾਂ ਨੂੰ, 3 ਇਨਸਾਨ ਨੂੰ 3 ਲੜਾਈਆਂ ਲੜਨੀਆਂ ਪੈਂਦੀਆਂ। ਪਰਿਵਾਰ ਦੀ ਲੜਾਈ ਲੜਨੀ ਪੈਂਦੀ ਹੈ, ਲੋਕਾਂ ਦੀ ਲੜਾਈ ਲੜਨੀ ਪੈਂਦੀ ਹੈ, ਸਰਕਾਰ ਨਾਲ ਲੜਨਾ ਪੈਂਦਾ ਹੈ। ਜਿਹੜਾ ਬੰਦਾ ਉਹ ਤਿੰਨਾਂ ਦੇ ਵਿੱਚੋਂ ਨਿਕਲਦਾ ਹੈ ਉਹ ਜਾ ਕੇ ਸਮਾਂ ਦੇ ਸਕਦਾ। ਸਮਾਂ ਦੇਣਾ ਬਹੁਤ ਮੁਸ਼ਕਲ ਹੈ। ਤਾਂ ਅੱਜ ਸਾਡੀ ਭਾਵੇਂ ਕਿਸਾਨੀ ਖੁੰਡਾਂ ਤੇ ਬੈਠੀ, ਘਰੇ ਬੈਠੀ, ਕਹਿੰਦੇ ਵੀ ਗੱਲ ਤਾਂ ਤੁਹਾਡੀ ਠੀਕ ਹੈ, ਆ ਕਰਜ਼ੇ ਤੋਂ ਛੁਟਕਾਰਾ ਛਡਾਓ, ਆ ਕਣਕ ਦਾ ਝਾੜ ਘੱਟ ਹੋਇਆ, ਬੌਂਡਸ ਦਵਾਓ, ਪਰ ਬੌਂਡਸ ਮੰਜਿਆਂ ਤੇ ਬਹਿ ਕੇ ਘਰੇ ਨਹੀਂ ਨਾ ਬੈਠਣਾ, ਤਾਂ ਇੱਥੇ ਸੜਕਾਂ ਤੇ ਬਹਿ ਕੇ ਹੱਲ ਹੈ। ਅੱਜ ਐਵੇਂ ਨਾ ਮਨ 'ਚ ਸੋਚੀ ਜਾਓ ਵੀ ਭਗਵੰਤ ਮਾਨ ਬਹੁਤ ਵਧੀਆ ਹੈ, ਸਮਾਂ ਦਿਓ ਜੀ, ਸਮਾਂ ਦਿਓ, ਪਰ ਕਰਜ਼ਾ ਹੋਰ ਚੜੀ ਜਾਊਗਾ, ਫਿਰ ਖੁਦਕਸ਼ੀਆਂ ਤੇ ਆ ਜਾਓਗੇ। ਇਹਨੇ ਕਹਿਣਾ ਜੀ ਮੈਨੂੰ 1-5 ਸਾਲ ਹੋਰ ਮੌਕਾ ਦੇ ਦਿਓ, ਇਹ ਕੁਝ ਕਹਿਣਾ ਸਰਕਾਰਾਂ ਨੇ। ਤਾਂ ਇਹ ਜਿਹੜਾ ਹੱਲ ਹੈ ਆਪਣਾ, ਜਿਹੜਾ ਟੈਕਸਾਂ ਦੇ ਪੈਸੇ, ਤੁਹਾਡਾ ਵੀ ਖੜਕ ਪਿਆ। ਹਾਂ ਉਹ ਆਉਂਦਾ ਨਹੀਂ, ਜਿਵੇਂ ਸਰਸਾ ਸਾਹਿਬ ਨੂੰ ਆਉਂਦਾ ਤਾਂ ਸਾਨੂੰ ਹੀ ਆਈ ਜਾਂਦੇ ਨੇ। ਤਾਂ ਫੋਨ ਮੈਨੂੰ, ਪਰ ਇਹ ਮੰਤਰੀ ਦਾ ਨਹੀਂ ਆਉਂਦਾ, ਕਿਸੇ ਨੂੰ ਮੰਤਰੀ ਦਾ ਧਰਨੇ ਤੋਂ ਮੈਨੂੰ ਤਾਂ ਫੋਨ ਕਹਿੰਦੇ ਮੈਨੂੰ ਮੰਤਰੀ ਦਾ ਨਹੀਂ ਆਉਂਦਾ। ਮੇਰੀ ਗੱਲ ਸੁਣੋ, ਮੈਨੂੰ ਫੋਨ ਧਰਨੇ ਤੋਂ ਆਇਆ, ਜਿਹੜਾ ਦੂਸਰਾ ਧਰਨਾ ਐਜੂਕੇਸ਼ਨ ਬੋਰਡ ਅੱਗੇ ਚੱਲ ਰਿਹਾ, ਉੱਥੋਂ ਆਇਆ ਫੋਨ। ਹੁਣ ਤੁਸੀਂ ਤਾਂ ਕਹਿੰਦੇ ਰੋਟੀ ਬਣੀ ਪਈ ਆ ਇੱਥੇ ਗਾਣੀ। ਦੇਖੋ ਜਿਹੜੀਆਂ ਰੋਟੀਆਂ ਨੇ ਨਾ, ਉਹ ਅਸੀਂ ਕੋਈ ਘਰੋਂ ਨਹੀਂ ਲਿਆਉਂਦੇ। ਆ ਜਿਹੜੇ 40-45 ਪਿੰਡ ਨੇ ਨਾ ਮੋਹਾਲੀ ਦੇ ਲਾਗੇ, ਇਹ ਇੱਥੇ ਸਾਰੇ ਲੋਕ ਜਿਹੜੇ ਨੇ ਸਵੇਰੇ ਦੇਖੋ ਚਾਹ ਪਰੌਂਠੇ ਆ ਜਾਂਦੇ ਆ, ਉਸ ਤੋਂ ਬਾਅਦ ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਜਿਹੜਾ ਬਿਲਕੁਲ ਐ ਬਣ ਕੇ ਆਉਂਦਾ, ਉਹ ਅਸੀਂ ਖਾਂਦੇ ਹਾਂ। ਤਾਂ ਅਸੀਂ ਤਾਂ ਭਰਾਵਾ ਬਸ ਨਹਾਉਣਾ ਹੀ ਹੁੰਦਾ ਤੇ ਨਾ ਧੋ ਕੇ ਬਸ ਉੱਥੇ ਬੈਠਣਾ ਹੁੰਦਾ ਜਾਂ ਮੁੱਲਣਾ ਹੁੰਦਾ, ਹੋਰ ਕਿਸੇ ਕਰਨਾ। ਉਹ ਕਹਿੰਦੇ ਮੈਨੂੰ ਘਰੋਂ ਆਉਂਦੇ ਆ ਫੋਨ, ਕਹਿੰਦੇ ਇਹਨਾਂ ਨੂੰ ਮੰਤਰੀਆਂ ਦੇ ਆਉਂਦੇ ਆ। ਚਲੋ ਫਿਰ ਮਜ਼ਾਕ ਇਹਨਾਂ ਜੇ ਨਹੀਂ ਕਰਨਾ, ਇਹਨਾਂ ਦੇ ਜਵਾਕ ਤਾਂ ਮੈਨੂੰ ਮਜ਼ਾਕ ਨਹੀਂ ਕਰਨਗੇ, ਇਹੀ ਕਰਨਗੇ ਨਾ, ਤੇ ਕੋਈ ਗੱਲ ਨਹੀਂ, ਕਰਨ ਦਿਓ। ਸ਼ੁਕਰੀਆ ਜੀ, ਧੰਨਵਾਦ। ਧੰਨਵਾਦ ਜੀ, ਧੰਨਵਾਦ ਬਹੁਤ। ਤਾਂ ਕਰਿਆ ਆਪਾਂ ਇੱਕ ਸੱਥ ਬਣਾ ਲਈ ਇੱਥੇ, ਸੱਥ ਦੇ ਰੂਪ ਦੇ ਵਿੱਚ ਆਪਾਂ ਹੱਸ ਕੇ ਗੱਲਾਂ ਕੀਤੀਆਂ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਪਰ ਜੇ ਹਜੇ ਵੀ ਨਹੀਂ ਸਰਕਾਰ, ਤਾਂ ਸੱਥ ਨੂੰ ਹੌਲੀ ਫਿਰ ਆਪਾਂ ਹੋਰ ਪਾਸੇ ਨੂੰ ਲੈ ਕੇ ਜਾਵਾਂਗੇ, ਸੰਘਰਸ਼ ਵੱਲ ਨੂੰ, ਹੋਰ ਲੋਕਾਂ ਨੂੰ। ਪਰ ਮੇਰੀ ਇੱਕ ਬੇਨਤੀ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਹੈ ਕਿ ਆਓ ਸਿਰ ਜੋੜ ਕੇ ਬੈਠੀਏ, ਮੰਗਾਂ ਬਣਾ ਕੇ ਛੇਤੀ ਜਾਈਏ, ਤਾਂ ਆਪਦਾ ਜਿਹੜਾ ਕੰਮ ਧੰਦੇ ਦਾ ਨੁਕਸਾਨ ਵੀ ਨਾ ਕਰੀਏ, ਤੇ ਸਰਕਾਰ ਦਾ ਵੀ ਫਿਰ ਜਿਹੜੇ ਗੋਡੇ ਦਮ ਕਰ ਗਏ ਨੂੰ ਛੇਤੀ ਕਰੀਏ, ਤੇ ਆਪਦੀਆਂ ਮੰਗਾਂ ਮਨਵਾ ਕੇ ਜਾਈਏ। ਲੋਕਾਂ ਦਾ ਅੱਜ ਕਿਉਂਕਿ ਇੱਕ ਭੁਲੇਖਾ ਜਿਹਾ ਪਿਆ, ਸਰਕਾਰਾਂ ਨੂੰ ਵੀ ਮੰਗਾਂ ਮੰਨ ਲਈਆਂ, ਪਤਾ ਨਹੀਂ ਮੋਰਚਾ ਆਉਣਾ, ਮੋਰਚਾ ਜੱਚ ਗਿਆ। ਤਾਂ ਇਸ ਕਰਕੇ ਬੇਨਤੀ ਹੈ ਮੇਰੇ ਕਿਸਾਨਾਂ ਨੂੰ ਕਿ ਸਮਾਂ ਕੱਢ ਕੇ ਕੱਲ੍ਹ ਨੂੰ ਇੱਥੇ ਜਿਹੜਾ ਮੋਹਾਲੀ ਦੇ ਵਿੱਚ ਆਉਣ, ਤੇ ਚੰਡੀਗੜ੍ਹ ਦਾ ਜਿਹੜੇ ਆਪਾਂ ਰੋਕਾਂ ਲਾਈਆਂ, ਰੋਕਾਂ ਤਾਂ ਬਹੁਤ ਥੋੜ੍ਹੀਆਂ, ਜੇ ਮਨ ਜਾ ਬਣ ਗਿਆ ਤਾਂ ਰੋਕਾਂ ਲੈ ਜਾਾਂਗੇ ਧੱਕ ਕੇ। ਇਹ ਮੈਨੂੰ ਨਹੀਂ ਲੱਗਦਾ ਵੀ ਇਹ ਰੋਕ ਸਕਦਾ ਹੈ। ਤਾਂ ਹਰਿਆਣੇ ਦਾ ਮੁੱਖ ਮੰਤਰੀ ਰੋਕ ਸਕਿਆ, ਪ੍ਰਧਾਨ ਮੰਤਰੀ ਰੋਕ ਸਕਿਆ, ਇਹ ਤਾਂ ਕੌਣ ਹੈ? ਪਰ ਉਹ ਜਿਹੜਿਆਂ ਨੂੰ ਤਰਸ ਜਾ ਆਉਂਦਾ ਵੀ ਭਗਵੰਤ ਮਾਨ ਬਹੁਤ ਵਧੀਆ ਸਮਾਂ ਦੇਣਾ ਚਾਹੀਦਾ, ਉਹਨਾਂ ਨੂੰ ਮੇਰੀ ਬੇਨਤੀ ਆ ਜਾਓ, ਆਪਾਂ ਇਕੱਠੇ ਬੈਠ ਕੇ ਸੋਚ ਕੇ ਵਿਚਾਰ ਕੇ ਮੰਗਾਂ ਮਨਵਾ ਲਈਏ। ਧੰਨਵਾਦ। ਇੱਕ ਗੱਲ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ, ਪੰਜਾਬ ਦੇ ਹੀ ਨਹੀਂ, ਪੂਰਾ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ, ਜਿਹੜਾ ਐਜੂਕੇਸ਼ਨ ਬੋਰਡ ਅੱਗੇ ਦਫ਼ਤਰ ਅੱਗੇ ਜਿਹੜਾ ਧਰਨਾ ਚੱਲ ਰਿਹਾ, ਉਹ ਆਮ ਲੋਕਾਂ ਨੂੰ ਇਹ ਆ ਵੀ FIR ਦਰਜ ਹੋ ਗਈ ਆ ਤੇ ਉਹ ਮੋਰਚਾ ਸਮਾਪਤ ਹੋ ਗਿਆ। ਉਹ ਮੋਰਚਾ ਸਮਾਪਤ ਨਹੀਂ ਅਜੇ ਹੋਇਆ,
ਅਜੇ ਬਹੁਤ ਸਾਰੀਆਂ ਉਹਦੇ ਵਿੱਚ ਮੰਗਾਂ ਜਿਹੜੀਆਂ ਨੇ ਉਹ ਮਨਾਉਣ ਵਾਲੀਆਂ ਨੇ। ਉਹ ਮੋਰਚਾ ਵੀ ਅਜੇ ਲਗਾਤਾਰ ਉਹ ਚਾਲੂ ਆ ਤੇ ਉਹਨੂੰ ਵੀ ਧਿਆਨ 'ਚ ਰੱਖਣ ਤੇ ਉੱਥੇ ਵੀ ਕਿਰਪਾ ਕਰਿਆ ਕਰਨ ਤੇ ਤੁਸੀਂ ਵੀ ਆਓ। ਔਰ ਤੁਹਾਡਾ ਧੰਨਵਾਦ ਹੈ, ਤੁਸੀਂ ਪਹਿਲਾਂ ਦਿੱਲੀ ਬਹੁਤ ਸਾਡਾ ਸਾਥ ਦਿੱਤਾ, ਐਜੂਕੇਸ਼ਨ ਬੋਰਡ ਅੱਗੇ ਵੀ ਦਿੱਤਾ ਤੁਸੀਂ, ਤੇ ਇੱਥੇ ਵੀ ਅੱਜ ਤੁਸੀਂ ਆ ਗਏ ਹੋ ਤੇ ਉਹਦੇ ਵੀ ਧਿਆਨ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਾਜਰਾ ਲਾ ਸੀਪ ਦੀ ਬਾਜੀ, ਕਹਿੰਦੇ ਸੱਥਾਂ ਖਾਲੀ ਹੋ ਚੱਲੀਆਂ ਤੇ ਕਾਕਾ ਕੋਟੜਾ ਕਹਿ ਰਿਹਾ ਇੱਥੇ ਹੀ ਸੱਥ ਲੈ ਆਂਦੀ, ਇੱਥੇ ਸੱਥ ਲੈ ਆਂਦੀ ਤੇ ਸੱਥ ਦੇ ਵਿੱਚ ਖੁੰਡ ਚਰਚਾ ਹੁੰਦੀ ਹੈ। ਖੁੰਡ ਚਰਚਾ ਕਾਹਤੇ ਹੁੰਦੀ ਹੈ? ਹੱਕਾਂ ਤੇ ਖੁੰਡ ਚਰਚਾ ਹੁੰਦੀ ਹੈ। ਕਹਿ ਰਿਹਾ ਦਿੱਲੀ ਤੋਂ ਹੱਕ ਲੈ ਲਏ ਸੀ ਤੇ ਪੰਜਾਬ ਸਰਕਾਰ ਤੋਂ ਵੀ ਹੱਕ ਮੰਗਦੇ ਆ, ਜਦੋਂ ਸਰਕਾਰ ਦੇ ਦੂਗੀ ਚਲੇ ਜਾਵਾਂਗੇ, ਨਹੀਂ ਤਾਂ 24 ਘੰਟਿਆਂ ਦਾ ਸਮਾਂ ਦਿੱਤਾ, ਨਹੀਂ ਚੰਡੀਗੜ੍ਹ ਐਂਟਰ ਹੋਵਾਂਗੇ। ਕੈਮਰਾਮੈਨ ਗੁਰਮੀਤ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ।